ਮੈਨੂੰ ਆਪਣੀ ਦਰਾਣੀ ਤੋਂ ਬਹੁਤ ਜਲਨ ਮਹਿਸੂਸ ਹੁੰਦੀ ਸੀ ਕਿਉਂਕਿ ਉਹ ਵਿਆਹ ਤੋਂ ਤੁਰੰਤ ਬਾਅਦ ਹੀ ਪ੍ਰੈਗਨੈਂਟ ਹੋ ਗਈ ਸੀ, ਜਦੋਂ ਕਿ ਮੈਂ ਤਾਂ ਬਾਂਝ ਸੀ। ਹੁਣ ਤਾਂ ਸੱਸ ਮੈਨੂੰ ਹਰ ਵਕਤ ਤਾਨੇ ਦਿੰਦੀ ਅਤੇ ਕਹਿੰਦੀ ਜਲਦੀ ਤੈਨੂੰ ਤਲਾਕ ਦਵਾਵਾਂਗੀ। ਮੈਂ ਬਹੁਤ ਡਰ ਗਈ ਸੀ, ਪਰ ਮੈਂ ਉਸ ਸਮੇਂ ਬਹੁਤ ਹੈਰਾਨ ਹੁੰਦੀ ਜਦੋਂ ਹਰ ਰਾਤ ਮੇਰੀ ਦਰਾਣੀ ਮੇਰੇ ਪੈਰਾਂ ਤੇ ਡਿੱਗ ਕੇ ਕਹਿੰਦੀ, ਵੇਖ ਲੈਣਾ, ਜਿਸ ਦਿਨ ਬੱਚੇ ਨੂੰ ਜਨਮ ਦੇਵਾਂਗੀ ਉਸੇ ਦਿਨ ਮੈਨੂੰ ਸਭ ਘਰੋਂ ਧੱਕੇ ਮਾਰ ਕੇ ਕੱਢ ਦੇਣਗੇ। ਮੈਨੂੰ ਮਾਫ ਕਰ ਦਿਓ ਦੀਦੀ। ਮੈਂ ਬੜੀ ਹੈਰਾਨ ਹੁੰਦੀ ਕਿ ਇਹ ਅਜਿਹਾ ਕਿਉਂ ਕਹਿ ਰਹੀ ਹੈ। ਜਿਸ ਦਿਨ ਡਿਲੀਵਰੀ ਦਾ ਵਕਤ ਹੋਇਆ, ਦੇਵਰਾਣੀ ਮੈਨੂੰ ਆਪਣੇ ਨਾਲ ਅੰਦਰ ਲੈ ਗਈ ਅਤੇ ਚੁਪਕੇ ਜਿਹੇ ਬੋਲੀ, ਇਸ ਬੱਚੇ ਨੂੰ ਲੈ ਕੇ ਭੱਜ ਜਾਓ, ਉਂਝ ਵੀ ਤੁਸੀਂ ਬਾਂਝ ਹੋ। ਮੈਂ ਬਹੁਤ ਖੁਸ਼ ਸੀ ਅਤੇ ਝਟਪਟ ਬੱਚੀ ਨੂੰ ਲੈ ਕੇ ਭੱਜ ਗਈ। ਜਿਵੇਂ ਹੀ ਦੁੱਧ ਪਿਆਉਣ ਲਈ ਮੈਂ ਉਸ ਬੱਚੇ ਤੋਂ ਕੱਪੜਾ ਹਟਾਇਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉੱਥੇ ਬੱਚਾ ਨਹੀਂ ਸਗੋਂ ਮੇਰੇ ਪਤੀ ਦਾ ਬਹੁਤ ਵੱਡਾ। ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੁੰਦੀ, ਹਰ ਇਨਸਾਨ ਦਾ ਇਮਤਿਹਾਨ ਹੁੰਦਾ ਹੈ, ਪਰ ਨਾ ਜਾਣੇ ਮੇਰੇ ਹਿੱਸੇ ਵਿੱਚ ਇੰਨੇ ਇਮਤਿਹਾਨ ਕਿਉਂ ਆਏ ਸਨ। ਮੈਂ ਤਾਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ, ਮੈਂ ਆਪਣੇ ਸਹੁਰੇ ਘਰ ਰਾਜ ਕਰਾਂਗੀ। ਇਹ ਖੁਸ਼ੀ ਵੀ ਮੇਰੇ ਦਿਲ ਵਿੱਚ ਇਸ ਲਈ ਪੈਦਾ ਹੋਈ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਸੁੰਦਰ ਸੀ। ਹਰ ਦੇਖਣ ਵਾਲਾ ਮੇਰੀ ਤਾਰੀਫ ਕਰਦਾ ਸੀ, ਪਰ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਹੀਂ ਆਇਆ ਜਿਸ ਨਾਲ ਮੈਨੂੰ ਕੋਈ ਖੁਸ਼ੀ ਮਿਲੇ। ਮੇਰੀ ਖੂਬਸੂਰਤੀ ਤੋਂ ਮੇਰੀ ਨਨਾਣ ਬਹੁਤ ਮੱਚਦੀ ਸੀ। ਇਸ ਗੱਲ ਦਾ ਅੰਦਾਜ਼ਾ ਮੈਨੂੰ ਵਿਆਹ ਦੇ ਦੂਜੇ ਦਿਨ ਹੀ ਹੋ ਗਿਆ ਸੀ, ਜਦੋਂ ਮੈਂ ਸਵੇਰੇ ਨਹਾ ਧੋ ਕੇ ਕਮਰੇ 'ਚੋਂ ਬਾਹਰ ਨਿਕਲੀ ਤਾਂ ਕਿ ਆਪਣੇ ਅਤੇ ਆਪਣੇ ਪਤੀ ਲਈ ਨਾਸ਼ਤਾ ਬਣਾ ਸਕਾਂ। ਪਰ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਕਮਰੇ ਵਿੱਚ ਨਾ ਹੋਣ 'ਤੇ ਮੇਰੀ ਨਨਾਣ ਮੇਰੇ ਕਮਰੇ ਵਿੱਚ ਵੜ ਜਾਵੇਗੀ। ਜਦੋਂ ਮੈਂ ਨਾਸ਼ਤਾ ਬਣਾ ਕੇ ਵਾਪਸ ਕਮਰੇ ਵਿੱਚ ਆਈ ਤਾਂ ਉਸਨੇ ਮੇਰਾ ਸਾਰਾ ਸਮਾਨ ਉਲਟ ਪੁਲਟ ਕੀਤਾ ਹੋਇਆ ਸੀ। ਮੈਂ ਆਪਣੇ ਕਮਰੇ ਦੀ ਹਾਲਤ ਦੇਖ ਕੇ ਹੈਰਾਨ ਖੜੀ ਰਹਿ ਗਈ। ਮੈਂ ਬੋਲੀ, ਗੀਤ, ਇਹ ਸਭ ਕੀ ਹੈ? ਉਸਦੇ ਚਿਹਰੇ ਤੇ ਜਰਾ ਵੀ ਸ਼ਰਮਿੰਦਗੀ ਨਹੀਂ ਸੀ। ਉਹ ਮੱਚਦੇ ਹੋਏ ਬੋਲੀ, ਭਾਬੀ, ਮੈਂ ਉਹ ਕਰੀਮ ਲੱਭ ਰਹੀ ਹਾਂ ਜਿਸ ਨੂੰ ਲਾ ਕੇ ਤੁਹਾਡਾ ਰੰਗ ਇੰਨਾ ਚਿੱਟਾ ਤੇ ਸੋਹਣਾ ਹੋਇਆ ਹੈ। ਮੈਂ ਤਾਂ ਉਸਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਮੈਂ ਬੋਲੀ, ਗੀਤ, ਇਹ ਤਾਂ ਤੂੰ ਮੈਥੋਂ ਵੀ ਪੁੱਛ ਸਕਦੀ ਸੀ। ਐਵੇਂ ਮੇਰੇ ਕਮਰੇ ਦੀ ਤਲਾਸ਼ੀ ਲੈਣ ਦੀ ਕੀ ਜ਼ਰੂਰਤ ਸੀ? ਇਹ ਕੀ ਬਚਪਨਾ ਹੈ? ਮੈਂ ਕੋਈ ਕਰੀਮ ਨਹੀਂ ਲਗਾਉਂਦੀ, ਮੇਰਾ ਰੰਗ ਅਜਿਹਾ ਹੀ ਹੈ। ਗੀਤ ਮੈਨੂੰ ਘੂਰ ਕੇ ਕਮਰੇ ਤੋਂ ਬਾਹਰ ਨਿਕਲ ਗਈ। ਜਦੋਂ ਮੇਰਾ ਪਤੀ ਰਮਨ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਉਸਦੀ ਭੈਣ ਦੀ ਸ਼ਿਕਾਇਤ ਕੀਤੀ। ਉਹ ਕਹਿਣ ਲੱਗਾ, ਇਹ ਸਭ ਗੱਲਾਂ ਨਾ ਸੋਚੋ, ਮੇਰੀ ਭੈਣ ਬੜੀ ਜਿੱਦੀ ਹੈ, ਉਸਦੇ ਦਿਲ ਵਿੱਚ ਜੋ ਆਉਂਦਾ ਹੈ ਉਹ ਹੀ ਕਰਦੀ ਹੈ। ਰਮਨ ਕਹਿਣ ਲੱਗੇ, ਅਮਨ, ਇੱਕ ਗੱਲ ਮੈਂ ਦੱਸ ਦਿੰਦਾ ਹਾਂ ਕਿ ਜੇਕਰ ਤੂੰ ਮੇਰੇ ਘਰ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਕਦੇ ਭੁੱਲ ਕੇ ਵੀ ਮੇਰੀ ਭੈਣ ਨਾਲ ਬਦਤਮੀਜ਼ੀ ਨਾ ਕਰਨਾ। ਮੇਰੇ ਪਤੀ ਦੀ ਗੱਲ ਨੇ ਮੇਰੇ ਪੈਰ ਬੰਨ੍ਹ ਦਿੱਤੇ ਸਨ। ਖੈਰ, ਅਗਲੇ ਦਿਨ ਮੇਰੀ ਨਨਾਣ ਨੇ ਮੇਰੇ ਸਾਰੇ ਕਾਲੇ ਸੂਟ ਲੈ ਲਏ ਸਨ ਅਤੇ ਕਹਿਣ ਲੱਗੀ, ਭਾਬੀ, ਤੁਸੀਂ ਇਸ ਘਰ ਵਿੱਚ ਇਹ ਰੰਗ ਨਹੀਂ ਪਾ ਸਕਦੀ। ਮੈਂ ਹੈਰਾਨ ਹੋਈ ਅਤੇ ਬੋਲੀ, ਕਿਉਂ? ਇਸ ਦੀ ਕੀ ਵਜ੍ਹਾ ਹੈ? ਗੀਤ ਕਹਿਣ ਲੱਗੀ, ਕਿਉਂਕਿ ਤੁਸੀਂ ਕਾਲੇ ਰੰਗ ਵਿੱਚ ਬਹੁਤ ਸੋਹਣੀ ਲੱਗਦੀ ਹੋ। ਤੁਹਾਡੇ ਸਾਹਮਣੇ ਮੇਰਾ ਰੰਗ ਕਾਲੀ ਸ਼ਾਹੀ ਜਿਹਾ ਲੱਗਦਾ ਹੈ। ਮੈਂ ਤਾਂ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਵਿਆਕੁਲ ਹੋ ਜਾਂਦੀ। ਨਾ ਜਾਣੇ ਉਹ ਮੇਰਾ ਤੇ ਆਪਣਾ ਮੁਕਾਬਲਾ ਕਿਉਂ ਕਰਦੀ ਸੀ। ਮੈਂ ਉਸ ਦੀ ਸ਼ਿਕਾਇਤ ਫਿਰ ਤੋਂ ਆਪਣੇ ਪਤੀ ਨੂੰ ਕਰ ਦਿੱਤੀ ਅਤੇ ਮੇਰੇ ਪਤੀ ਨੇ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਜਿਵੇਂ ਗੀਤ ਕਹਿੰਦੀ ਹੈ ਉਹ ਜਿਹਾ ਹੀ ਕਰੋ। ਮੇਰੇ ਦਿਲ ਵਿੱਚ ਇਹ ਸਵਾਲ ਪੈਦਾ ਹੁੰਦਾ ਕਿ ਮੈਨੂੰ ਇਹ ਤਾਂ ਦੱਸੇ ਕਿ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਹੈ ਜਾਂ ਗੀਤ ਨਾਲ, ਪਰ ਮੈਂ ਇਹ ਸਵਾਲ ਕਰਨ ਦੀ ਹਿੰਮਤ ਨਹੀਂ ਕਰ ਸਕੀ। ਇੱਦਾਂ ਹੀ ਮੇਰੇ ਵਿਆਹ ਨੂੰ 2 ਮਹੀਨੇ ਗੁਜ਼ਰ ਗਏ। ਇਸ 2 ਮਹੀਨਿਆਂ ਵਿੱਚ ਮੇਰੇ ਪਤੀ ਨੇ ਕਦੇ ਵੀ ਮੇਰੇ ਨਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ। ਉਹ ਮੈਨੂੰ ਆਪਣੀ ਨੌਕਰਾਨੀ ਸਮਝਦਾ ਸੀ, ਮੈਨੂੰ ਆਪਣੇ ਕੰਮਾਂ ਦਾ ਹੁਕਮ ਦਿੰਦਾ ਜੋ ਕਿ ਮੈਂ ਚੁੱਪਚਾਪ ਕਰ ਦਿਆ ਕਰਦੀ ਸੀ। ਮੈਂ ਅਕਸਰ ਸੋਚਦੀ ਸੀ ਕਿ ਕੀ ਵਿਆਹ ਅਜਿਹਾ ਹੁੰਦਾ ਹੈ ਜਿਸ ਵਿੱਚ 2 ਅਜਨਬੀ ਇੱਕ ਛੱਤ ਹੇਠਾਂ ਰਹਿੰਦੇ ਹਨ। ਜ਼ਰੂਰਤ ਦੇ ਚਲਦੇ ਉਹ ਕੰਮ ਵੀ ਆਉਂਦੇ ਹਨ, ਪਰ ਫਿਰ ਵੀ ਉਹ ਸਾਰੀ ਜ਼ਿੰਦਗੀ ਅਜਨਬੀ ਹੀ ਰਹਿੰਦੇ ਹਨ। ਅਤੇ 2 ਮਹੀਨੇ ਬਾਅਦ ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਨਵੀਂ ਪਰੇਸ਼ਾਨੀ ਨੇ ਸਿਰ ਚੁੱਕ ਲਿਆ ਸੀ। ਉਹ ਇਹ ਸੀ ਕਿ ਮੇਰੀ ਸੱਸ ਨੇ ਮੈਨੂੰ ਪੁੱਛਿਆ,
ਨੂੰ ਕੋਈ ਖੁਸ਼ਖਬਰੀ ਹੈ? ਮੈਂ ਉਹਨਾਂ ਦੀ ਗੱਲ ਤੇ ਬੋਲੀ, ਨਹੀਂ ਮੰਮੀ ਜੀ, ਹੁਣੇ ਤਾਂ ਨਹੀਂ। ਇੰਨੀ ਜਲਦੀ ਖੁਸ਼ਖਬਰੀ ਦੀ ਜ਼ਰੂਰਤ ਵੀ ਕੀ ਹੈ? ਮੇਰੀ ਸੱਸ ਨੀਤਾ ਹੱਸ ਕੇ ਬੋਲੀ, ਲੈ ਤੂੰ ਵੀ ਖੂਬ ਕਿਹਾ। ਤੈਨੂੰ ਪਤਾ ਹੈ, ਮੇਰੀ ਭੈਣ ਦੀ ਨੂੰ ਪਹਿਲੇ ਹੀ ਹਫਤੇ ਵਿੱਚ ਪੇਟ ਤੋਂ ਹੋ ਗਈ ਸੀ, ਅਤੇ ਇੱਕ ਤੂੰ ਹੈ ਕਿ 2 ਮਹੀਨੇ ਗੁਜ਼ਰਨ ਤੋਂ ਬਾਅਦ ਵੀ ਸੁੱਕੇ ਦਰਖਤ ਦੀ ਤਰ੍ਹਾਂ ਖੜੀ ਹੈ। ਮੇਰੀ ਸੱਸ ਦੀ ਗੱਲ ਨੇ ਮੇਰਾ ਦਿਲ ਦੁਖਾ ਦਿੱਤਾ ਸੀ। ਕੀ ਇਹ ਠੀਕ ਗੱਲ ਸੀ? ਉਹਨਾਂ ਨੂੰ ਰੱਬ ਤੋਂ ਵੀ ਡਰ ਨਹੀਂ ਆਇਆ। ਹੁਣ ਮੇਰੀ ਸੱਸ ਅਤੇ ਨਨਾਣ ਉੱਠਦੇ ਬੈਠਦੇ ਮੈਨੂੰ ਤਾਨੇ ਦਿੰਦੀਆਂ ਸਨ। ਐਵੇਂ ਹੀ ਦੇਖਦੇ ਦੇਖਦੇ ਵਕਤ ਰੇਤ ਦੀ ਤਰ੍ਹਾਂ ਹੱਥਾਂ 'ਚੋਂ ਨਿਕਲ ਗਿਆ। 1 ਸਾਲ ਹੋ ਗਿਆ ਸੀ, ਪਰ ਮੈਂ ਹੁਣੇ ਤੱਕ ਆਪਣੇ ਪਤੀ ਨੂੰ ਕੋਈ ਖੁਸ਼ਖਬਰੀ ਨਹੀਂ ਦੇ ਸਕੀ ਸੀ। ਸੱਚ ਤਾਂ ਇਹ ਸੀ ਕਿ ਮੇਰੇ ਪਤੀ ਨੇ ਕਦੇ ਮੇਰੇ ਨਾਲ ਬੱਚੇ ਲਈ ਗੱਲ ਵੀ ਨਹੀਂ ਕੀਤੀ ਸੀ। ਅਜਿਹਾ ਲੱਗਦਾ ਸੀ ਕਿ ਉਹਨਾਂ ਨੂੰ ਮੇਰੇ ਜਿਸਮ ਨਾਲ ਕੋਈ ਦਿਲਚਸਪੀ ਹੀ ਨਹੀਂ ਸੀ। ਮੈਂ ਬੱਚੇ ਦੇ ਸਕੀ ਤਾਂ ਵੀ ਠੀਕ ਹੈ, ਅਤੇ ਜੇਕਰ ਨਾ ਦੇ ਸਕੀ ਤਾਂ ਇਸ ਦਾ ਹੱਲ ਤਾਂ ਮੇਰੀ ਸੱਸ ਨੇ ਪਹਿਲਾਂ ਹੀ ਕੱਢ ਕੇ ਰੱਖਿਆ ਹੋਇਆ ਸੀ। ਉਹ ਕਹਿਣ ਲੱਗੀ ਕਿ ਮੈਂ ਤੈਨੂੰ ਕੁਝ ਦਿਨ ਬਰਦਾਸ਼ਤ ਕਰਨਾ ਹੈ, ਫਿਰ ਮੈਂ ਤੈਨੂੰ ਤਲਾਕ ਦਵਾ ਦੇਵਾਂਗੀ। ਮੈਂ ਇੱਕ ਦਿਨ ਰੋਂਦੇ ਹੋਏ ਪਤੀ ਕੋਲ ਸੱਸ ਦੀ ਸ਼ਿਕਾਇਤ ਕੀਤੀ। ਉਹਨਾਂ ਨੇ ਮੈਨੂੰ ਇਹ ਕਿਹਾ ਕਿ ਉਹ ਮੈਨੂੰ ਤਲਾਕ ਦਵਾ ਦੇਵੇਗੀ। ਰਮਨ ਕਹਿਣ ਲੱਗਾ, ਮਾਂ ਦੇ ਕਹਿਣ ਤੇ ਤੇਰੇ ਨਾਲ ਵਿਆਹ ਕੀਤਾ ਸੀ, ਜੇਕਰ ਉਹ ਕਹੇਗੀ ਤਾਂ ਮੈਂ ਤੈਨੂੰ ਛੱਡ ਵੀ ਦੇਵਾਂਗਾ। ਇਹ ਗੱਲ ਮੈਂ ਬੜੀ ਮੁਸ਼ਕਲ ਨਾਲ ਬਰਦਾਸ਼ਤ ਕੀਤੀ। ਬਰਦਾਸ਼ਤ ਕਰਨ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਖੈਰ, ਮੇਰੀ ਸੱਸ ਅੱਜ ਕੱਲ੍ਹ ਬਹੁਤ ਬਿਜੀ ਰਹਿਣ ਲੱਗੀ ਸੀ। ਉਹ ਮੇਰੇ ਦਿਓਰ ਗੌਰਵ ਲਈ ਰਿਸ਼ਤਾ ਖੋਜ ਰਹੀ ਸੀ, ਪਰ ਇਸ ਹਾਲਤ ਵਿੱਚ ਵੀ ਉਹ ਉੱਠਦੇ ਬੈਠਦੇ ਮੇਰੇ ਤੇ ਤਾਨੇ ਕੱਸਦੀ ਰਹਿੰਦੀ। ਅਕਸਰ ਕਹਿੰਦੀ ਸੀ ਕਿ ਕਿਤੇ ਅਜਿਹਾ ਨਾ ਹੋਵੇ ਕਿ ਮੈਂ ਆਪਣੇ ਗੌਰਵ ਦੀ ਪਤਨੀ ਕਿਤੇ ਅਮਨ ਵਰਗੀ ਬਾਂਝ ਕੁੜੀ ਖੋਜ ਲਾਂ। ਮੈਂ ਇਹ ਗੱਲਾਂ ਸੁਣ ਕੇ ਸੋਚਦੀ ਕਿ ਮੈਂ ਸੱਚ ਵਿੱਚ ਬਾਂਝ ਹਾਂ। ਮੈਂ ਸੋਚਿਆ ਕਿ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਕੇ ਦੇਖਦੀ ਹਾਂ, ਸ਼ਾਇਦ ਰੱਬ ਮੈਨੂੰ ਖੁਸ਼ੀ ਦੇ ਦੇਵੇ। ਮੈਂ ਆਪਣੇ ਪਤੀ ਰਮਨ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਸੇ ਲੇਡੀ ਡਾਕਟਰ ਕੋਲ ਲੈ ਚੱਲੋ। ਮੇਰਾ ਪਤੀ ਮੈਨੂੰ ਦੇਖ ਕੇ ਬੋਲਿਆ, ਅਮਨ, ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਕਿ ਮੈਂ ਤੇਰਾ ਇਲਾਜ ਕਰਵਾਉਂਦਾ ਫਿਰਾਂ। ਮੈਂ ਸੁਣਿਆ ਹੈ ਕਿ ਜੋ ਔਰਤ ਬਾਂਝ ਹੁੰਦੀ ਹੈ ਆਪਣਾ ਜਿੰਨਾ ਮਰਜ਼ੀ ਇਲਾਜ ਕਰਵਾ ਲਵੇ, ਉਹ ਬੱਚੇ ਪੈਦਾ ਕਰਨ ਦੇ ਕਾਬਿਲ ਨਹੀਂ ਹੋ ਸਕਦੀ। ਮੈਂ ਤਾਂ ਰੋਣ ਲੱਗੀ ਸੀ। ਇਹ ਗੱਲਾਂ ਮੈਨੂੰ ਦਿਮਾਗੀ ਤੌਰ ਤੇ ਬਿਮਾਰ ਕਰ ਰਹੀ ਸੀ। ਉਹਨਾਂ ਦਿਨਾਂ ਮੇਰੀ ਸੱਸ ਨੂੰ ਗੌਰਵ ਲਈ ਇੱਕ ਚੰਗੀ ਕੁੜੀ ਮਿਲ ਗਈ। ਮੈਂ ਸੋਚਿਆ ਕਿ ਕੀ ਪਤਾ ਦਰਾਣੀ ਦੇ ਆਉਣ ਤੋਂ ਬਾਅਦ ਮੇਰੇ ਹਾਲਾਤ ਬਦਲ ਜਾਣਗੇ। ਇਸ ਲਈ ਮੈਂ ਇਸ ਵਿਆਹ ਦੀਆਂ ਤਿਆਰੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਘਰ ਦੇ ਸਾਰੇ ਕੰਮ ਮੈਂ ਆਪਣੇ ਹੱਥਾਂ ਵਿੱਚ ਲੈ ਲਏ, ਅਤੇ ਫਿਰ ਇੱਕ ਦਿਨ ਰੀਆ ਮੇਰੀ ਦਰਾਣੀ ਬਣ ਕੇ ਸਾਡੇ ਘਰ ਆ ਗਈ। ਮੈਂ ਬਹੁਤ ਖੁਸ਼ ਸੀ ਕਿ ਚਲੋ ਸਾਡੇ ਦੋਨਾਂ ਦੀ ਖੂਬ ਦੋਸਤੀ ਹੋ ਜਾਵੇਗੀ, ਪਰ ਇਹ ਮੇਰੀ ਗਲਤਫਹਿਮੀ ਹੀ ਸਾਬਿਤ ਹੋਈ, ਕਿਉਂਕਿ ਰੀਆ ਬਹੁਤ ਪੜ੍ਹੀ ਲਿਖੀ ਸੀ। ਉਹ ਤਾਂ ਆਪਣੇ ਕੰਮ ਨਾਲ ਹੀ ਕੰਮ ਰੱਖਦੀ ਸੀ, ਕਿਸੇ ਨਾਲ ਜ਼ਿਆਦਾ ਗੱਲਬਾਤ ਵੀ ਨਹੀਂ ਕਰਦੀ। ਮੈਂ ਹੀ ਆਨੇ ਬਹਾਨੇ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਸੀ, ਪਰ ਉਹ ਕੋਈ ਖਾਸ ਜਵਾਬ ਹੀ ਨਹੀਂ ਦਿੰਦੀ ਸੀ। ਅਸਲ ਵਿੱਚ ਰੀਆ ਆਪਣੇ ਲਈ ਜਗ੍ਹਾ ਖੋਜ ਰਹੀ ਸੀ। ਮੇਰੀ ਨਨਾਣ ਗੀਤ ਵੀ ਰੀਆ ਨਾਲ ਬਹੁਤ ਚੰਗੀ ਸੀ। ਉਸਨੇ ਰੀਆ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਲਗਾਈ ਸੀ ਕਿ ਤੁਸੀਂ ਇਹ ਰੰਗ ਨਹੀਂ ਪਾਉਣਾ ਜਾਂ ਉਹ ਨਹੀਂ ਪਾਉਣਾ। ਰੀਆ ਦੇ ਵਿਆਹ ਨੂੰ ਹੁਣੇ 4 ਹਫ਼ਤੇ ਹੀ ਹੋਏ ਸਨ ਕਿ ਉਸ ਦਾ ਜੀ ਮਚਲਾਉਣ ਲੱਗਾ, ਅਤੇ ਇਹ ਸਭ ਵੇਖ ਕੇ ਮੈਂ ਅੰਦਰ ਹੀ ਅੰਦਰ ਡਰ ਗਈ ਸੀ ਕਿ ਕਿਤੇ ਅਜਿਹਾ ਨਾ ਹੋ ਜਾਵੇ ਕਿ ਰੀਆ ਪ੍ਰੈਗਨੈਂਟ ਹੋਵੇ। ਜੇਕਰ ਉਹ ਪ੍ਰੈਗਨੈਂਟ ਹੋ ਗਈ ਤਾਂ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ ਜਾਵੇਗੀ। ਇੱਕ ਦਿਨ ਰੀਆ ਚੱਕਰ ਖਾ ਕੇ ਡਿੱਗ ਪਈ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਪ੍ਰੈਗਨੈਂਟ ਹੈ, ਅਤੇ ਇਹ ਖਬਰ ਮੇਰੇ ਤੇ ਬਿਜਲੀ ਬਣ ਕੇ ਡਿੱਗੀ ਸੀ। ਉਸ ਦਿਨ ਤੋਂ ਬਾਅਦ ਤਾਂ ਮੇਰੀ ਸੱਸ ਨੂੰ ਮੈਨੂੰ ਕੋਸਣ ਲਈ ਬਹਾਨਾ ਹੀ ਮਿਲ ਗਿਆ ਸੀ। ਉਹ ਉੱਠਦੇ ਬੈਠਦੇ ਮੈਨੂੰ ਬਾਂਝਪਨ ਦੇ ਤਾਨੇ ਦੇਣ ਲੱਗੀ। ਸਿਰਫ ਇੰਨਾ ਹੀ ਨਹੀਂ, ਮੇਰੀ ਜਵਾਨ ਨਨਾਣ ਵੀ ਮੈਨੂੰ ਤਾਨੇ ਦੇਣ ਵਿੱਚ ਪਿੱਛੇ ਨਹੀਂ ਸੀ। ਮੈਂ ਤਾਂ ਹੈਰਾਨ ਹੁੰਦੀ ਸੀ ਕਿ ਉਹ ਕਿਵੇਂ ਦੀ ਕੁੜੀ ਹੈ ਜਿਸ ਨੂੰ ਇਸ ਗੱਲ ਦਾ ਵੀ ਡਰ ਨਹੀਂ ਲੱਗਦਾ ਕਿ ਮੇਰੇ ਵੱਡੇ ਬੋਲ ਮੇਰੇ ਅੱਗੇ ਹੀ ਨਾ ਆ ਜਾਣ। ਰਾਤ ਹੋਈ ਤਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਸੀ। ਮੇਰਾ ਦਿਲ ਅੰਦਰ ਤੋਂ ਬਹੁਤ ਜ਼ਿਆਦਾ ਰੋ ਰਿਹਾ ਸੀ। ਉਦੋਂ ਮੇਰੀ ਦਰਾਣੀ ਮੇਰੇ ਕਮਰੇ ਵਿੱਚ ਆਈ। ਇਹ ਪਹਿਲੀ ਵਾਰ ਹੋਇਆ ਸੀ। ਇਸ ਤੋਂ ਪਹਿਲਾਂ ਤਾਂ ਉਹ ਕਦੇ ਮੇਰੇ ਕਮਰੇ ਵਿੱਚ ਨਹੀਂ ਆਈ ਸੀ। ਉਸ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ। ਮੈਂ ਉਸ ਨੂੰ ਦੇਖਦੇ ਹੀ ਉੱਠ ਕੇ ਬੈਠ ਗਈ
मैं बोली, की गल है रिया, सब ठीक तो है ना, तुहाडी तबीयत तो ठीक है? नहीं, वो रोंदे हुए बोली, मैं तुहानू दीदी कह सकती हाँ। मैं इस गल ते सिर हिला दिता ते बोली, इस विच पुछण वाली किहड़ी गल है, तू मैनू बिल्कुल दीदी कह सकती है। रिया कहन लगी, दीदी मैं वेख रही हाँ, घर विच जदों तो यह पता लग्या है कि मैं प्रेगनेंट हाँ, उदों तो तुहाडी जिंदगी तंग कर दिती गई है। मैं अपने आप नू तुहाडा दोषी समझण लगी हाँ। मैं बोली, ओए नहीं नहीं, किवें दी गल्लां कर रही हो, बच्चे तां रब दे हत्थ विच हन ना, रब जिसनू चाहे दे देवे अते जिसनू चाहे ना देवे, उस नाल कोई जबरदस्ती तो नहीं चलती ना। तू दिल विच बिल्कुल भी ख्याल ना लियाउणा कि तू मेरी मुजरम है। उसने इधर उधर देखा अते फिर हौले ਜਿਹੇ बोली, दीदी तुहानू एक गल दसा, ये जो लोग हुणे मेरे प्रेगनेंट होने ते खुश हो रहे हैं ना, जिस दिन मैं बच्चे नू जन्म देवांगी यही लोग मैनू धक्के दे के इस घर तो कढ़ देणगे। मैं व्याकुल हो गई अते बोली, ये बुरी गल है, रब ना करे तेरी जिंदगी विच कदे अजिहा दिन आवे, रब सब चंगा करनगे। वो मेरी गल सुन के मुस्कुरा दिती अते उठ के मेरे कमरे तो बाहर निकल गई। थोड़ी देर बाद ही कमरे विच रमन आ गई। वो बहुत बेचैन लग रहे सन, कमरे विच इधर उधर टहल रहे सन। इस तो पहला मैं कदे उन्हां नूं इन्ने परेशान नहीं देखिया सी। अजिहा लग रहा सी जिवें वो मैनूं कुछ कहना चाहुंदे होण, पर उन्हां नूं कोई शब्द नहीं मिल रहे सन। मैं अपने आप ही अगे वध के बोली, की गल है रमन, तुसीं मैनूं कुछ कहना चाहुंदे हो? मेरी गल सुन के उन्हां नूं थोड़ी हिम्मत मिली। वो बोले, हाँ मैं तैनूं एक गल पुछनी सी, एक गौरव दी पत्नी हुणे तेरे कोल क्यों आई सी? मैं बोली, बस उंज ही मेरे तो गल्लां कर रही सी। रमन जल्दी नाल मेरे कोल बैठ गए अते बोले, अच्छा की गल्लां कर रही सी? मैं अज तक उन्हां नूं किसे विच भी इस तरह दिलचस्पी लेंदे हुए नहीं वेख्या सी। मैं बोली, बस कुछ नहीं। वो फिर तो बोले, मैनू एक गल दस, तुहाडे दोनां विच की गल्लां होईयां सन? मैनू हुण रमन उत्ते गुस्सा आ रहा सी। उन्हां ने मेरे च तां कदे इन्नी दिलचस्पी नहीं लई सी। मैं बोली, बस वो अपने प्रेगनेंट होने बारे गल कर रही सी। रमन दा चेहरा पीला पै गया सी। वो बोले, किस तरह दीयां गल्लां? मतलब प्रेगनेंट दी की गल्लां कर रही सी? वो सवाल ते सवाल करदे जा रहे सन। मैं चिड़दे होए बोली, ये साडी औरतां दी गल है, तुसीं मर्द इस तो दूर रहो। मैं जल्दी उठ के बाहर निकल गई। मेरे लिए रमन दा यह सुभाव बहुत अजीब सी। मैनू तां रिया दीयां गल्लां भी अजीब लगी सी, पर वो दोने अपनियां गल्लां पिछे छुपे राज तो मैनू अगाह कर रहे सन। उधर मेरी सस तां रिया दी तारीफ कीते जा रही सी, जदों कि गौरव भी बहुत खुश सी। वो अपनी पत्नी लई तरह तरह के फल लियाउंदा सी अते ये सब देख के मेरे दिल विच चाहत रह जांदी सी। अक्सर ये ख्याल भी आउंदा कि परमात्मा कोल किस चीज़ की कमी है, जेकर वो मेरी दराणी नूं बच्चा दे सकते हैं तां मैनू क्यों नहीं दे सकते। मैं इन्हां गल्लां नूं सोच रही सी जदों कि रमन नाश्ते लई किचन विच आ गए। वो बोले, की सोच रही हो? मैं बोली, मैं सोच रही सी कि मैं किसी डॉक्टर कोल चली जावां अपने आप ही। इस बार तुहानू नहीं कहांगी कि तुसीं मैनू नाल लै चलो। मेरी गल सुन के रमन हस के बोले, अमन तू हुण भी नहीं समझ पाई, रिया दे प्रेगनेंट हो जाण तो बाद तां तैनू अपने बांझपन दा भरोसा हो जाना चाहिदा सी। तू ना जाने हुण तक किस गलतफहमी विच बैठी है। मैं ये सब गल्लां सुन सुन के तंग हो चुकी सी। पहलां तां बहुत रोया करदी सी, पर हुण तां रोना भी नहीं आउंदा सी। रमन नाश्ता करके चले गए सन तां थोड़ी देर बाद रिया किचन विच आ गई। वो बोली, दीदी मैनू बहुत भुख लगी है। मैं बोली, तू बैठ, मैं तेरे लिए नाश्ता बना दिंदी हाँ। वो मेरी बहुत इज्जत करन लगी सी। जदों तो पता लग्या सी कि रिया प्रेगनेंट है, उदों तो मेरी सस उसनों कम नहीं करन दिंदी सी, इत्थों तक कि नाश्ता भी अपने आप बना दिंदी सी। वो नाश्ता करते हुए बोली, दीदी तुहाडे घर वाले कित्थे हन? वो तुहानू कदे मिलन क्यों नहीं आउंदे? रिया दी गल सुन के ना चाहुंदे होए भी मेरियां अखां भिज गईयां। मैं बोली, रिया मैं जदों छोटी सी तद मेरे पापा की मौत हो गई सी। भैन भरा तां मेरा कोई सी ही नहीं। हुण मेरा विआह होया
ਅਤੇ ਕੁਝ ਦਿਨ ਬਾਅਦ ਹੀ ਪਤਾ ਲੱਗਿਆ ਕਿ ਹੁਣ ਮਾਂ ਵੀ ਚੱਲ ਵਸੀ। ਮੇਰਾ ਕੋਈ ਪੇਕਾ ਨਹੀਂ। ਮੈਨੂੰ ਪਤਾ ਹੈ ਕਿ ਮੇਰੀ ਸੱਸ ਨੇ ਮੈਨੂੰ ਆਪਣੇ ਬੇਟੇ ਲਈ ਪਸੰਦ ਵੀ ਇਸ ਲਈ ਕੀਤਾ ਸੀ ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਹੁਣ ਵੇਖੋ ਇਹ ਲੋਕ ਮੇਰੇ ਨਾਲ ਕੀ ਸਲੂਕ ਕਰ ਰਹੇ ਹਨ। ਜੇਕਰ ਮੇਰੇ ਅੱਗੇ ਪਿੱਛੇ ਕੋਈ ਹੁੰਦਾ ਤਾਂ ਮੈਨੂੰ ਇਹ ਦਿਨ ਨਹੀਂ ਦੇਖਣੇ ਪੈਂਦੇ। ਰੀਆ ਮੇਰੀ ਗੱਲਾਂ ਸੁਣ ਕੇ ਬਹੁਤ ਉਦਾਸ ਹੋ ਗਈ। ਮੈਂ ਬੋਲੀ, ਰੀਆ ਰੱਬ ਦਾ ਸ਼ੁਕਰ ਹੈ ਕਿ ਤੂੰ ਪ੍ਰੈਗਨੈਂਟ ਹੈ, ਵਰਨਾ ਤੈਨੂੰ ਵੀ ਇਹ ਸਭ ਝੇਲਣਾ ਪੈਂਦਾ ਜਿਨ੍ਹਾਂ ਦੁੱਖਾਂ ਤੋਂ ਮੈਂ ਗੁਜ਼ਰੀ ਹਾਂ। ਰੀਆ ਦੀਆਂ ਅੱਖਾਂ ਵਿੱਚ ਵੱਡੀ ਉਦਾਸੀ ਛਾ ਗਈ। ਉਹ ਬੋਲੀ, ਕੀ ਹੋਇਆ? ਜੇਕਰ ਹੁਣੇ ਮੈਨੂੰ ਉਹ ਦੁੱਖ ਨਹੀਂ ਸਹਿਣਾ ਪਿਆ ਜਿਸ ਤੋਂ ਤੁਸੀਂ ਗੁਜ਼ਰ ਰਹੀ ਹੋ, ਮੈਂ ਜਦੋਂ ਬੱਚੇ ਨੂੰ ਜਨਮ ਦੇਵਾਂਗੀ ਤਦ ਤੁਸੀਂ ਵੇਖਣਾ ਮੇਰੇ ਨਾਲ ਇਹ ਲੋਕ ਕੀ ਸਲੂਕ ਕਰਦੇ ਹਨ। ਮੈਂ ਬੋਲੀ, ਰੀਆ ਮੈਨੂੰ ਦੱਸ, ਤੂੰ ਅਜਿਹੀ ਗੱਲਾਂ ਕਿਉਂ ਕਰ ਰਹੀ ਹੈ? ਮੈਨੂੰ ਤਾਂ ਲੱਗਦਾ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਤੂੰ ਇਸ ਘਰ ਦੀ ਲਾਡਲੀ ਨੂੰ ਬਣ ਜਾਏਗੀ। ਉਹ ਹੱਸ ਕੇ ਬੋਲੀ, ਤੁਹਾਨੂੰ ਕੋਈ ਭੈੜਾ ਸੁਪਨਾ ਆਇਆ ਹੈ। ਇੰਨਾ ਕਹਿ ਕੇ ਉਹ ਚਲੀ ਗਈ। ਰਾਤ ਹੋਈ ਤਾਂ ਉਹ ਫਿਰ ਤੋਂ ਮੇਰੇ ਕਮਰੇ ਵਿੱਚ ਆਈ। ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗਦੀ ਰਹੀ ਅਤੇ ਰੋਂਦੀ ਰਹੀ। ਮੈਨੂੰ ਨਹੀਂ ਪਤਾ ਕਿ ਉਹ ਇਹ ਸਭ ਕਿਉਂ ਕਰਦੀ ਸੀ, ਪਰ ਐਵੇਂ ਹੀ ਵਕਤ ਗੁਜ਼ਰਦਾ ਗਿਆ ਅਤੇ ਉਸ ਦਾ ਢਿੱਡ ਫੁੱਲਣ ਲੱਗਾ ਸੀ। ਉਸ ਦੇ ਡਿਲੀਵਰੀ ਦੇ ਦਿਨ ਜੋ ਨੇੜੇ ਆਉਂਦੇ ਜਾ ਰਹੇ ਸਨ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ। ਇੱਕ ਦਿਨ ਸਵੇਰ ਤੋਂ ਹੀ ਉਸ ਦੀ ਹਾਲਤ ਬੜੀ ਖਰਾਬ ਸੀ। ਤਦ ਮੇਰੀ ਦਰਾਣੀ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਕਮਰੇ ਨੂੰ ਅੰਦਰ ਤੋਂ ਕੁੰਡੀ ਲਗਾ ਦਿੱਤੀ ਸੀ। ਉਸ ਦੀ ਤਕਲੀਫ ਭਰੀ ਆਹਾਂ ਦੀ ਆਵਾਜ਼ ਬਾਹਰ ਤੱਕ ਸੁਣਾਈ ਦੇ ਰਹੀ ਸੀ। ਅਜਿਹਾ ਲੱਗਦਾ ਸੀ ਜਿਵੇਂ ਉਹ ਕਿਸੇ ਸੱਚੀ ਗੱਲ ਤੋਂ ਗੁਜ਼ਰ ਰਹੀ ਸੀ। ਮੇਰੀ ਸੱਸ ਤਾਂ ਤੜਫ ਉੱਠੀ। ਦਰਵਾਜ਼ਾ ਖੜਕਾਉਣ ਲੱਗੀ ਸੀ ਕਿ ਨੂੰ ਦਰਵਾਜ਼ਾ ਖੋਲ, ਤੈਨੂੰ ਡਾਕਟਰ ਕੋਲ ਲੈ ਚੱਲੀਏ। ਪਰ ਰੀਆ ਬੋਲੀ, ਨਹੀਂ ਮਾਂ, ਮੈਂ ਆਪਣੀ ਡਿਲੀਵਰੀ ਆਪਣੇ ਆਪ ਹੀ ਕਰਾਂਗੀ। ਉਸ ਦੀ ਇਹ ਗੱਲ ਸੁਣ ਕੇ ਮੇਰੀ ਸੱਸ ਤੜਫ ਉੱਠੀ ਤੇ ਕਹਿਣ ਲੱਗੀ, ਇਹ ਕਿਵੇਂ ਦਾ ਬਚਪਨਾ ਤੇ ਜਿੱਦ ਹੈ? ਅਜਿਹਾ ਨਾ ਹੋਵੇ ਕਿ ਅਸੀਂ ਆਪਣੇ ਵਾਰਿਸ ਨੂੰ ਖੋ ਦਈਏ। ਫਿਰ ਮੇਰੀ ਸੱਸ ਬੋਲੀ, ਅੱਛਾ ਚਲੋ ਮੈਂ ਕਿਸੇ ਦਾਈ ਨੂੰ ਸੱਦ ਦਿੰਦੀ ਹਾਂ। ਤਦ ਵੀ ਰੀਆ ਨੇ ਮਨਾ ਕਰ ਦਿੱਤਾ। ਉਹ ਬੋਲੀ, ਤੁਸੀਂ ਬਸ ਅਮਨ ਦੀਦੀ ਨੂੰ ਮੇਰੇ ਕੋਲ ਭੇਜ ਦਿਓ। ਮੈਂ ਬੜੀ ਪਰੇਸ਼ਾਨ ਹੋ ਗਈ ਕਿਉਂਕਿ ਮੈਨੂੰ ਇਸ ਬਾਰੇ ਕੁਝ ਸਮਝ ਬੁੱਝ ਨਹੀਂ ਸੀ। ਮੈਂ ਕਿਸ ਤਰ੍ਹਾਂ ਰੀਆ ਦੀ ਮਦਦ ਕਰ ਸਕਦੀ ਸੀ? ਮੇਰੀ ਸੱਸ ਨੇ ਮੈਨੂੰ ਜ਼ਬਰਦਸਤੀ ਅੰਦਰ ਭੇਜ ਦਿੱਤਾ। ਮੈਂ ਅੰਦਰ ਗਈ ਤਾਂ ਮੇਰੇ ਹੋਸ਼ ਉੱਡ ਗਏ। ਰੀਆ ਕੰਬਲ ਵਿੱਚ ਬੱਚੇ ਨੂੰ ਲਈ ਬੈਠੀ ਰੋ ਰਹੀ ਸੀ ਅਤੇ ਮੈਨੂੰ ਕਹਿਣ ਲੱਗੀ, ਦੀਦੀ ਤੁਸੀਂ ਇਸ ਬੱਚੇ ਨੂੰ ਲੈ ਕੇ ਭੱਜ ਜਾਓ। ਮੈਂ ਕਿਹਾ, ਮੈਂ ਕਿੱਥੇ ਜਾਵਾਂਗੀ? ਤੂੰ ਪਾਗਲ ਹੋ ਗਈ ਹੈ? ਉਹ ਫਿਰ ਮੈਨੂੰ ਬੇਨਤੀ ਕਰਨ ਲੱਗੀ। ਮੈਂ ਕਿਹਾ, ਅੱਛਾ ਠੀਕ ਹੈ, ਪਰ ਇਹ ਦੱਸੋ ਮੇਰਾ ਤਾਂ ਕੋਈ ਨਹੀਂ ਹੈ, ਮੈਂ ਕਿੱਥੇ ਜਾਵਾਂਗੀ? ਰੀਆ ਨੇ ਮੈਨੂੰ ਇੱਕ ਪਤਾ ਲਿਖ ਕੇ ਦਿੱਤਾ ਅਤੇ ਮੈਂ ਪਿੱਛੇ ਦੇ ਰਸਤੇ ਤੋਂ ਬਾਹਰ ਨਿਕਲ ਗਈ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿੱਛੇ ਕੀ ਹੋਇਆ ਹੋਵੇਗਾ ਅਤੇ ਉਸ ਦੇ ਬੱਚੇ ਨੂੰ ਬੜੀ ਹੁਸ਼ਿਆਰੀ ਨਾਲ ਲੈ ਕੇ ਅੱਗੇ ਵਧ ਰਹੀ ਸੀ। ਆਖਿਰਕਾਰ ਉਹ ਪਤਾ ਵੀ ਆ ਗਿਆ ਜਿੱਥੇ ਮੈਨੂੰ ਪੁੰਜਣਾ ਸੀ। ਮੈਂ ਦਰਵਾਜ਼ਾ ਖੜਕਾਇਆ ਤਾਂ ਇੱਕ ਆਦਮੀ ਨੇ ਦਰਵਾਜ਼ਾ ਖੋਲ੍ਹਿਆ। ਉਹ ਮੈਨੂੰ ਦੇਖ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ, ਤੁਸੀਂ ਤਾਂ ਰੀਆ ਦੀ ਜੇਠਾਣੀ ਨਹੀਂ ਹੋ? ਮੈਂ ਜਵਾਬ ਵਿੱਚ ਸਿਰ ਹਿਲਾ ਦਿੱਤਾ। ਉਹ ਬੋਲੇ, ਆਓ ਜੀ ਆਓ ਜੀ। ਉਹ ਮੈਨੂੰ ਆਪਣੇ ਨਾਲ ਆਪਣੇ ਘਰ ਵਿੱਚ ਲੈ ਗਏ। ਉੱਥੇ ਰੀਆ ਦੀ ਮਾਂ ਅਤੇ ਭੈਣ ਭਰਾ ਸਭ ਸਨ ਅਤੇ ਉਸ ਦੀ ਮਾਂ ਨੇ ਪੁੱਛਿਆ ਕਿ ਤੁਹਾਡੀ ਗੋਦ ਵਿੱਚ ਕੀ ਹੈ? ਤਾਂ ਮੈਂ ਬੋਲੀ, ਰੀਆ ਦਾ ਬੱਚਾ। ਉਸਨੇ ਅੱਜ ਹੀ ਇਸ ਨੂੰ ਜਨਮ ਦਿੱਤਾ ਹੈ। ਮੇਰੀ ਗੱਲ ਸੁਣ ਕੇ ਰੀਆ ਦੇ ਮਾਂ ਪਾਪਾ ਤੇ ਭੈਣ ਭਰਾ ਬਹੁਤ ਖੁਸ਼ ਹੋ ਗਏ ਸਨ ਅਤੇ ਉਸ ਦੀ ਮਾਂ ਨੇ ਅੱਗੇ ਵੱਧ ਕੇ ਬੱਚੇ ਦੇ ਮੂੰਹ ਤੋਂ ਕੰਬਲ ਹਟਾਇਆ। ਇਹ ਦੇਖ ਕੇ ਅਸੀਂ ਸਾਰੇ ਹੈਰਾਨ ਰਹਿ ਗਏ ਕਿ ਉੱਥੇ ਬੱਚਾ ਨਹੀਂ, ਸਗੋਂ ਮੇਰੇ ਪਤੀ ਦਾ ਬਹੁਤ ਵੱਡਾ। ਅਸੀਂ ਸਾਰੇ ਹੈਰਾਨ ਰਹਿ ਗਏ। ਉਹ ਸਭ ਮੈਨੂੰ ਅਜੀਬ ਨਿਗਾਹਾਂ ਨਾਲ ਦੇਖਣ ਲੱਗੇ ਸਨ ਅਤੇ ਰੀਆ ਦੀ ਮਾਂ ਬੋਲੀ, ਪੁੱਤਰ ਤੂੰ ਸਾਡੇ ਤੋਂ ਇੰਨਾ ਵੱਡਾ ਝੂਠ ਕਿਉਂ ਬੋਲਿਆ? ਮੈਂ ਰੋਣ ਲੱਗੀ। ਮੈਂ ਬੋਲੀ, ਨਹੀਂ ਆਂਟੀ, ਮੈਂ ਤੁਹਾਨੂੰ ਕੋਈ ਝੂਠ ਨਹੀਂ ਬੋਲਿਆ, ਸਗੋਂ ਅਜਿਹਾ ਮਜ਼ਾਕ ਤਾਂ ਮੇਰੇ ਨਾਲ ਰੀਆ ਨੇ ਕੀਤਾ ਹੈ। ਆਂਟੀ ਜੀ, ਰੀਆ ਕਹਿਣ ਲੱਗੀ ਕਿ ਤੁਸੀਂ ਤਾਂ ਉਂਝ ਵੀ ਬਾਂਝ ਹੋ, ਫਿਰ ਤੁਸੀਂ ਅਜਿਹਾ ਕਰੋ ਕਿ ਮੇਰਾ ਬੱਚਾ ਲੈ ਕੇ ਇਸ ਘਰ ਤੋਂ ਭੱਜ ਜਾਓ। ਪਰ ਦੇਖੋ ਇੱਥੇ ਤਾਂ ਬੱਚਾ ਹੈ ਹੀ ਨਹੀਂ। ਤਦ ਰੀਆ ਦੀ ਭੈਣ ਅੱਗੇ ਵਧੀ ਅਤੇ ਬੋਲੀ, ਰੀਆ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਸਕਦੀ। ਜ਼ਰੂਰ ਕੋਈ ਨਾ ਕੋਈ ਰਾਜ਼ ਦੀ ਗੱਲ ਇਸ ਕੰਬਲ ਵਿੱਚ ਲੁਕੀ ਹੈ। ਇਸ ਕੰਬਲ ਵਿੱਚ ਬੱਚਾ ਨਹੀਂ ਹੈ ਤਾਂ ਕੀ ਹੋਇਆ? ਤੁਹਾਡੇ ਪਤੀ ਦੇ ਨਾਂ ਦੀ ਡਾਕਟਰੀ ਰਿਪੋਰਟ ਤਾਂ ਹੈ ਨਾ?
मैं मायूस हो गई। मैं बोली, मैनू रमन की डॉक्टरी रिपोर्ट का की करना है। तद रिया की भैन ने वो फाइल मेथों फड़ ली। वो हुण उस फाइल नूं पढ़ रही सी। वो एकदम चौंक गई, कहण लगी, ए वेखो दीदी, मैं कहा सी ना कि रिया तुहाडे नाल मजाक नहीं कर सकती। असल मजाक तां तुहाडे नाल तुहाडे पति अते तुहाडी सस ने कीता है। ये देखो, इस विच साफ साफ लिखिया है कि तुहाडा पति रमन कदे बाप नहीं बन सकता। दीदी, बांझ तुसी नहीं, बांझ तां तुहाडा पति है। मैं ये गल सुन के हैरान रह गई। मैं फुट फुट के रोन लगी सी। मैं बोली, जेकर उन्हां नूं ये सब पता सी तां फिर वो मेरे ते जुलम क्यों करते रहे। रमन की रिपोर्ट के हेठां ही गौरव की रिपोर्ट भी सी। उस विच भी यही लिखिया सी कि गौरव भी बांझ है। ये पढ़ के सब लोग चौंक गए अते रिया की भैन बोली, दीदी, रिया ने तुहाडे हालात देख के फजूल का ड्रामा किया होवेगा कि वो प्रेगनेंट है, क्योंकि वो जानती सी कि जेकर वो अजिहा ना करदी तां घर विच सब उन्हां नूं भी नफरत करन लगदी। रिया ने ड्रामा किया तां उसकी सस नूं लग्या होवेगा कि शायद चमत्कार हो गया अते मेरे बेटे की कमी दूर हो गई, जबकि वो तां उन्हां लोकां दे नाल रह के उन्हां दा राज पता करना चाहुंदी सी। असल राज तां यह है कि वो दोने भरा बच्चा पैदा करने दे लायक ही नहीं है। तां हुण मैनूं समझ विच आया कि रिया क्यों कहंदी सी कि इन्हां लोकां ने मेथों बच्चा खो के मैनूं घर तो कढ देना है। रिया दे माँ पापा बोले, असीं अपनी धी नूं उन्हां कमीनां दे घर तो वापस लैण जा रहे हां। मैं बोली, अंकल जी, मैं भी तुहाडे नाल चलांगी। वो राजी हो गए सन। असीं जदों मेरे सोहरे घर पुंजे तां ये वेख के हैरान रह गए कि मेरी सस अते ननाण बहुत बुरी तरह नाल रिया नूं कुट रहे सन अते कह रहे सन कि तेरी इन्नी हिम्मत के तू साडे नाल झूठ बोलिया। अंकल नूं बहुत गुस्सा आया। उन्हां ने पुलिस नूं फोन कर दिता कि मेरी धी दे सोहरे घर वाले उस ते जुलम कर रहे हन। रमन भी अपने कमरे तो बाहर आ गया तां मैं अगे वधी ते एक जोरदार थप्पड़ उसदे मूँह ते मारिया ते फिर थुक के बोली, मैं अपनी जिंदगी विच तेरे वर्गा कमीना इंसान नहीं देखा। तू मैनू भरोसे विच लैके अपनी कमी दस सकदा सी, मैं तद भी तेरा साथ दिंदी। असीं बच्चा गोद ले लैंदे, कोई मुश्किल नहीं सी, पर तुसी लोकां ने तां मेरा जीना हराम कर दिता सी। तुसी तां मैनू बांझ बना दिता सी। मैनू हुणे तलाक दिओ। रमन ने तां मैनू तलाक दे दिता, पर गौरव बोलिया कि मैं अपनी पत्नी नूं तलाक नहीं देवांगा। मैं उसनूं इस धोखे का मजा चखावांगा जिस विच उसने मैनू पिछले 9 महीने तो रखिया होया सी। इन्ने विच पुलिस आ गई सी। पुलिस ने दोनों भरावां नूं अपनी पत्नियां उत्ते जुलम करने दे दोष विच गिरफ्तार कर लिया। उस दे बाद रिया दे माँ पापा मैनू अपने नाल लै गए। वो कहण लगे कि अज तो तू साडी धी बन के रहेगी। रिया ने अपने पति ते तलाक का मुकदमा दर्ज कर दिता। उसनूं भी हुण तलाक मिल गया सी अते एवें साडे दोहां दियां जिंदगियां रिया की समझदारी की वजह नाल बच गई सी अते अज असीं बहुत खुश हाँ। अंकल ने साडा विआह करवा दिता अते साडे हुण 2-2 बच्चे भी हन।